ਬਰੂਹਾਂ ਤੇ ਬੈਠੇ ਕੇਂਦਰ ਸਰਕਾਰ ਤੋਂ ਲਗਾਤਾਰ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ। ਇਹਨਾਂ ਦਾ ਨਜ਼ਰੀਆ ਕੀ ਹੈ? ਸੋ ਕਿਸਾਨ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ। ਖੂਹ ਕੋਲੇ ਜਾ ਰਹੇ ਹੋ? ਹਾਂਜੀ, ਖੂਹ ਕੋਲੇ ਜਾ ਰਹੇ ਹੋ? ਖੂਹ ਜਿਹੜਾ ਸਿੱਧੂ ਸਾਹਿਬ ਵਾਲਾ ਜਿਹੜਾ ਕਹਿੰਦਾ ਪਿਆਸਾ ਜਿਹੜਾ ਪਿਆਸੇ ਕੋ ਖੂਹ ਨਹੀਂ ਜਾਊਗਾ, ਅਸੀਂ ਸਿੱਧੂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਸਿੱਧੂ ਇੰਨੇ ਪਿਆਸੇ ਵੀ ਹੈ ਨਹੀਂ ਗਏ। ਅਸੀਂ ਇਹ ਖੂਹ ਜਿਹੜਾ ਆਪਣੇ ਆਪ ਇੱਥੇ ਕਿਸਾਨਾਂ ਹੋਗਾ, ਤੂੰ ਫਿਕਰ ਨਾ ਕਰ। ਰਾਜ ਸਭਾ ਦੇ ਵਿੱਚ ਕਿ ਜਿਹੜੇ ਸੰਸਦ ਪਾਰਟੀਆਂ ਦੇ ਮੈਂਬਰ ਆਫ ਪਾਰਲੀਮੈਂਟ ਨਹੀਂ ਬੋਲਣਗੇ, ਉਹ ਬੋਲ ਰਹੇ ਨੇ। ਹੁਣ ਸਾਰੀਆਂ ਧਿਰਾਂ ਜਿਹੜੀਆਂ ਕਿਸੇ ਸਮੇਂ ਇਹਨਾਂ ਕਾਨੂੰਨਾਂ ਦੇ ਹੱਕ 'ਚ ਵੀ ਖੜੀਆਂ ਰਹੀਆਂ, ਤਾਂ ਹੁਣ ਉਹ ਬੋਲ ਰਹੀਆਂ ਨੇ। ਕੀ ਮਜਬੂਰੀ ਹੈ ਜਾਂ ਸੱਚਮੁੱਚ ਹੀ ਕਿਸਾਨਾਂ ਦਾ ਦਰਦ ਉਹਨਾਂ ਨੂੰ ਜਾਗਿਆ? ਇਹਨਾਂ ਦੀ ਮਜਬੂਰੀ ਆ, ਅੰਦੋਲਨ ਨੇ ਮਜਬੂਰੀ ਬਣਾਤੀ ਇਹਨਾਂ ਦੀ। ਜੇ ਸੱਚੇ ਅੰਦਰੋਂ ਬੋਲਣਾ ਚਾਹੁੰਦੇ ਤੇ ਪਹਿਲਾਂ ਜਦੋਂ ਲਾਗੂ ਹੋਣੇ ਕਾਨੂੰਨ ਬਣਨੇ ਹੈਗੇ, ਜਦੋਂ ਇਹ ਆਏ ਹੈਗੇ ਉਦੋਂ ਬੋਲਦੇ, ਉਦੋਂ ਇਹਨਾਂ ਸਾਡੇ ਫਾਇਦੇ ਕਿਸਾਨਾਂ ਜਾਣਾ ਹੈ। ਉਹ ਕਿਸਾਨਾਂ ਦਾ ਵਿਰੋਧ ਵਾ। ਕਿਸਾਨਾਂ ਨੇ ਸੁੱਚ ਮੋਰਚੇ ਨੇ ਇਹ ਗੱਲ ਕਹੀ ਆ ਵੀ ਜਿੰਨੇ ਵੀ MP ਆ ਸਾਰੇ ਸੱਸੇ 'ਚ ਬੋਲੋ, ਇਹ ਨਹੀਂ ਬਾਈਕਾਟ ਕਰਕੇ ਤੇ ਤੁਸੀਂ ਬਾਹਰ ਆ ਜਾਓਗੇ। ਜੇ ਬਾਹਰ ਬਾਈਕਾਟ ਕਰਕੇ ਆ ਗਏ ਫੇਰ ਤੁਹਾਨੂੰ ਚੁੱਕ ਕੇ ਫੇਰ ਸੈਸ਼ਨ ਦੇ ਵਿੱਚ ਭੇਜਾਂਗੇ। ਇਹਨਾਂ ਦੀ ਮਜਬੂਰੀ ਆ, ਤਾਂ ਇਹ ਅੱਜ ਬੋਲਣ ਡਏ ਆ। ਸਿਆਸੀ ਗੱਲਾਂ ਬਾਤਾਂ ਕਰਨ ਵਾਲੇ ਕੁਝ ਲੋਕ ਹੋਰ ਹੁੰਦੇ ਨੇ, ਪਰ ਤੁਸੀਂ 8 ਮਹੀਨਿਆਂ ਤੋਂ ਇੱਥੇ ਬੈਠੇ ਹੋ। ਤੁਹਾਡਾ ਨਜ਼ਰੀਆ ਕੀ ਹੈ ਜਿਹੜਾ ਪੰਜਾਬ ਮਿਸ਼ਨ ਦੀ ਗੱਲ ਵੀ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ? ਅਸੀਂ ਜਦੋਂ ਦਾ ਅੰਦੋਲਨ 'ਚ ਲੜ ਰਹੇ ਹਾਂ, ਸਾਲ ਤੋਂ ਉੱਪਰ ਹੋ ਗਿਆ। ਪਹਿਲਾਂ ਪੰਜਾਬ 'ਚ ਅਸੀਂ ਅੰਦੋਲਨ ਲੜਦੇ ਰਹੇ ਹਾਂ, ਹੁਣ ਇਹ 8 ਮਹੀਨੇ ਤੋਂ ਉੱਪਰ ਹੋ ਗਿਆ ਦਿੱਲੀ ਆਣ ਕੇ ਬੈਠੇ ਹਾਂ। ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਾਲੇ ਕਾਨੂੰਨ ਵਾਪਸ ਕਰਾਉਣੇ ਆ, 23 ਫਸਲਾਂ ਤੇ MSP ਦੀ ਗਰੰਟੀ ਕਰਾਉਣੀ ਆ। ਅਸੀਂ ਆਪਣੀਆਂ ਸਿਆਸੀ ਪਾਰਟੀਆਂ ਬਣਾਉਣ ਵਾਸਤੇ ਜਾਂ ਅਸੀਂ MP ਬਣਾਉਣ ਵਾਸਤੇ, ਆਪਣੀਆਂ ਸਰਕਾਰਾਂ ਬਣਾਉਣ ਵਾਸਤੇ ਅੰਦੋਲਨ ਨਹੀਂ ਲੜਦੇ। ਆਪਣਾ ਸਿਸਟਮ ਇਹਨਾਂ ਦਾ ਸੁਧਾਰਨਾ ਵਾ, ਜਿਹੜਾ ਇਹਨਾਂ ਦਾ ਗੰਦਾ ਸਿਸਟਮ ਆ ਉਹਨੂੰ ਸੁਧਾਰਨ ਵਾਸਤੇ ਇੱਥੇ ਬੈਠੇ ਹਾਂ। ਜਿਹੜਾ ਮੋਦੀ ਤੀਜੇ ਦਿਨ ਜਹਾਜ਼ ਤੇ ਬਹਿ ਕੇ ਤੇ ਟੂਰ ਤੇ ਬਾਹਰ ਚਲੇ ਜਾਂਦਾ ਸੀ, ਹੁਣ ਤੇ 8 ਮਹੀਨੇ ਹੋ ਗਏ ਆ, ਹੁਣ ਤੇ ਕੋਈ ਇਹਨੂੰ ਮੁਲਕ ਦਾ ਇਹਨੂੰ ਕੋਈ ਨਹੀਂ ਸੱਦਣ ਡਿਆ ਵੀ ਮੋਦੀ ਸਾਹਿਬ ਆਓ ਸਾਡੇ ਤੇ ਆ। ਜੇ ਜਾਣ ਦੀ ਤਿਆਰੀ ਕਰਦਾ ਵਾ ਤੇ ਅਗਲੇ ਪਹਿਲੋਂ ਜਵਾਬ ਦੇ ਦਿੰਦੇ ਆ, ਮੋਦੀ ਸਾਡੇ ਮੁਲਕ 'ਚ ਨਾ ਆਵੇ, ਤੈਨੂੰ ਕਰੋਨਾ ਹੋਇਆ ਵਾ। ਨਾਲੋਂ ਨਾਲ ਕਿਸਾਨੀ ਸੰਸਦ ਦੇ ਨਾਲ ਕਿਸਾਨੀ ਅੰਦੋਲਨ ਦੀ ਚਰਚਾ ਵੀ ਜਿਹੜੀ ਹੈ ਉਹ ਇੱਕ ਵਾਰ ਹੋਣ ਲੱਗੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਦਿਖਾਈ ਦੇ ਰਹੀਆਂ ਨੇ। ਪਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਆ ਕਿ ਤੁਹਾਡੀ ਸੰਸਦ ਤਾਂ ਹੀ ਬੇਫਜ਼ੂਲ ਹੈ। ਸੰਸਦ ਤਾਂ ਉਹ ਹੁੰਦੀ ਹੈ ਜਿਹੜੀ ਲੋਕਾਂ ਵੱਲੋਂ ਚੁਣੀ ਗਈ ਹੈ। ਨਰਿੰਦਰ ਤੋਮਰ ਜੀ ਹੁਣੀ 8 ਮਹੀਨੇ ਹੋ ਗਏ ਸਾਰੇ ਕਿਸਾਨੀ ਦੇ ਬਰਖਲਾਫ ਬਿਆਨ ਦੇਣ ਡੇ। ਜਿਤਨਾ ਗਰੇਵਾਲ ਇਹਨਾਂ ਦਾ ਮੰਤਰੀ ਸਾਰੇ ਸਾਡਿਆਂ ਦੇ ਬਰਖਲਾਫ ਸਾਡੇ ਬਿਆਨ ਦੇਣ ਡਿਆ। ਅਸੀਂ ਤੋਮਰ ਜੀ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ, ਜੇ ਤੁਹਾਡੀ ਸੈਸ ਚੰਗੀ ਹੁੰਦੀ ਤੇ ਜਿਹੜਾ ਸਿਸਟਮ ਤੁਸੀਂ ਆ ਲਿਆਂਦਾ ਜੇ, ਜਿੰਨਾ ਤੁਸੀਂ ਸਾਡਾ ਆਪਣਾ ਤੇਲ ਵਾ, ਕੋਲਾ ਵਾ, ਰੇਲ ਗੱਡੀਆਂ, ਇਹ ਪੋਰਟ ਵਾ, ਜੇ ਤੁਹਾਡੀ ਸੈਸ ਚੰਗੀ ਹੁੰਦੀ ਤੇ ਫਿਰ ਵੇਚਣ ਕਿਉਂ ਡਏ ਜੇ? ਪਿਛਲੇ ਦਿਨੀ ਅੱਗ ਲੱਗਣ ਦੀਆਂ ਘਟਨਾਵਾਂ ਵੀ ਜਿਹੜੀਆਂ ਸਾਹਮਣੇ ਆਈਆਂ ਸੀ ਇੱਥੇ, ਤਾਂ ਉਹ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਕੀ ਕਿਸਾਨ ਜਥੇਬੰਦੀਆਂ ਨੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੀਤੀ ਹੈ ਕਿ ਉਹ ਘਟਨਾਵਾਂ ਕੀ ਸਨ? ਜੋ ਘਟਨਾਵਾਂ ਅੱਗ ਲੱਗਣ ਦੀਆਂ ਆਈਆਂ ਵਾ, ਉਸ ਤੋਂ ਪਹਿਲਾਂ ਜਿਹੜਾ 26 ਤਰੀਕ ਨੂੰ ਜਦੋਂ ਅਸੀਂ ਆਪਣੇ ਰਿੰਗ ਰੋਡ ਤੇ ਮਾਰਚ ਕਰਨ ਗਏ ਹਾਂ, 27 ਤਰੀਕ ਨੂੰ ਭਾਜਪਾ ਦੇ ਮੋਦੀ ਸਰਕਾਰ ਨੇ ਗੁੰਡੇ ਭੇਜਤੇ। 28 ਤੇ 29 ਤੇ 3 ਦਿਨ ਸਾਡੇ ਤੇ ਇੱਥੇ ਸਾਡੀ ਸਟੇਜ ਤੇ ਹਮਲਾ ਕਰਾਉਂਦਾ ਰਿਹਾ ਇਹ। ਸਾਨੂੰ ਉਦੋਂ ਹੀ ਸਬੂਤ ਮਿਲ ਗਏ ਇਹ ਵੀ ਸਾਡਾ ਅੰਦੋਲਨ ਨੂੰ ਖਰਾਬ ਕਰਨਗੇ। ਇਸੇ ਤਰ੍ਹਾਂ ਜਿਹੜਾ ਅੱਗ ਲਾਈ ਆ, ਅਸੀਂ ਇਹ ਕਹਿੰਦੇ ਆ ਇਹਨਾਂ ਦੀ ਏਜੰਸੀਆਂ ਕੋਲ ਸਾਰਾ ਕੰਮ ਇਹ ਸਰਕਾਰਾਂ ਕਰਾਉਣ ਡੀਆਂ ਵਾ। ਪ੍ਰਧਾਨ ਮੰਤਰੀ ਕਹਿੰਦੇ ਵੀ ਮੈਂ ਕਿਸਾਨਾਂ ਦਾ ਆਪਣਾ ਅਪਮਾਨ ਕਰਦਾ, ਇਸ ਕਿਸਾਨ ਬਹੁਤ ਵਧੀਆ ਅੰਦੋਲਨ ਚਲਾਉਣ ਡਿਆ। ਇੱਕ ਬੰਨੇ ਦੋਹਰੀ ਨੀਤੀ ਰੱਖੀ ਜਾਂਦੇ ਆ ਵੀ ਇਹ ਕਿਸਾਨ ਹੈ ਨਹੀਂ ਗੇ, ਇਹ ਅੱਤਵਾਦੀ ਆ। ਉਹ ਤਾਂ ਕਹਿੰਦੇ ਨੇ ਕਿ ਕਿਸਾਨਾਂ ਦਾ ਅੰਦੋਲਨ ਪਵਿੱਤਰ ਸੀਗਾ, ਪਰ ਵਿਰੋਧੀ ਧਿਰਾਂ ਨੂੰ ਵਰਤ ਰਹੀਆਂ ਨੇ ਆਪਣੀ ਸਿਆਸੀ ਨੂੰ ਰੋਟੀਆਂ ਸੇਕਣ ਦੇ ਲਈ। ਵਿਰੋਧੀ ਧਿਰਾਂ ਜੇ ਸਾਡੇ ਨਾਲ ਹੁੰਦੀਆਂ ਨਾ ਤੇ ਸਾਡੇ ਨਾਲ ਬਹਿੰਦੀਆਂ, ਸਾਨੂੰ ਕੋਈ ਫੰਡ ਦਿੰਦੇ, ਸਾਨੂੰ ਤੇਲ ਦਿੰਦੇ ਪਾਉਣ ਲਈ ਤੇ ਸਾਡੇ ਨਾਲ ਇੱਥੇ ਬਹਿੰਦੇ। ਜੇ ਵਿਰੋਧੀ ਧਿਰਾਂ ਸਾਡੇ ਨਾਲ ਹੁੰਦੀਆਂ ਤੇ ਮੋਦੀ ਦੀ ਕੀ ਜ਼ਰੂਰਤ ਸੀ ਆ ਕਾਲੇ ਕਾਨੂੰਨ ਵਾਪਸ ਹੋ ਜਾਂਦੇ। ਇਹ ਸਾਰੇ ਚੋਰ ਜਿਹੜੇ ਆ, ਜਿੰਨੀਆਂ ਪਾਰਟੀਆਂ ਸਾਰੀਆਂ ਰਲ ਕੇ ਫੇਰ ਇਹਨਾਂ ਕਾਨੂੰਨ ਇਹ ਪਾਸ ਕੀਤੇ ਆ। ਚੇਤਨਾ ਦੀ ਜਿਹੜੀ ਗੱਲ ਆ ਗਈ ਕਿ ਉਸ ਪਾਸੇ ਵੱਲ ਨੂੰ ਪੰਜਾਬ ਉਸ ਹੱਦ ਤੱਕ ਪਹੁੰਚ ਚੁੱਕਿਆ ਕਿ 2022 ਦੇ ਵਿੱਚ ਸਹੀ ਫੈਸਲਾ ਲਊਗਾ, ਜਿਹਨੂੰ ਕਿ ਸੱਚਮੁੱਚ ਹੀ ਲੋਕ ਪੱਖੀ ਫੈਸਲਾ ਜਿਹੜਾ ਕਿਹਾ ਜਾਂਦਾ। ਬਿਲਕੁਲ ਪੰਜਾਬ ਜਿਹੜਾ ਐਰਕੀ ਸਹੀ ਫੈਸਲਾ ਲਊਗਾ।
ਵੋਟਾਂ ਪਾਉਣ ਲੱਗਿਆ ਸੋਚੂਗਾ ਵੀ ਕਿਹੜੀ ਪਾਰਟੀ ਨੂੰ ਪਾਉਣੀਆਂ। ਜਿਹੜਾ ਤੁਸੀਂ ਵਿਰੋਧ ਦੀ ਗੱਲ ਕੀਤੀ ਆ, ਵਿਰੋਧ ਅਸੀਂ ਸਾਰੀਆਂ ਪਾਰਟੀਆਂ ਦਾ ਕਰਾਂਗੇ। ਇਹ ਨਹੀਂ ਵੀ ਭਾਜਪਾ ਦਾ ਇਕੱਲੀ ਦਾ ਕਰਾਂਗੇ, ਕਾਂਗਰਸ ਵੀ ਦੋਸ਼ੀ ਬਰਾਬਰ ਵਾ, ਅਕਾਲੀ ਪਾਰਟੀ ਦੋਸ਼ੀ ਬਰਾਬਰ ਆ, ਸਾਰਿਆਂ ਦਾ ਅਸੀਂ ਵਿਰੋਧ ਕਰਾਂਗੇ। ਪਰ ਕਰਾਂਗੇ ਸ਼ਾਂਤਮਈ। ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਨੂੰ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ। ਕਿਸਾਨ ਜਥੇਬੰਦੀਆਂ ਕਿਸੇ ਚੰਗੇ ਸਮਝੌਤੇ ਲਈ ਟੇਬਲ ਤੇ ਬੈਠ ਸਕਦੀਆਂ ਨੇ ਜਾਂ 3 ਖੇਤੀ ਕਾਨੂੰਨ ਰੱਦ ਕਰਾਏ ਬਿਨਾਂ ਇਹ ਸੰਘਰਸ਼ ਖਤਮ ਨਹੀਂ ਹੋਊਗਾ। ਬੇਸ਼ੱਕ 2024 ਤੱਕ ਚੱਲੇ ਜਾਂ ਉਸ ਤੋਂ ਅੱਗੇ ਤੱਕ ਚੱਲੇ। ਜਿੰਨਾ ਚਿਰ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਐਮਐਸਪੀ ਦੀ ਤੀਆਂ ਫਸਲਾਂ ਤੇ ਪੂਰੇ ਭਾਰਤ 'ਚ ਗਰੰਟੀ ਨਹੀਂ ਮਿਲਦੀ, ਕਿਸੇ ਵੀ ਹਾਲਤ ਦੇ ਅੰਦੋਲਨ ਨਹੀਂ ਚੁੱਕਾਂਗੇ। 1991 ਦੀ ਪੀਵੀ ਨਰਸਿਮਹਾ ਰਾਓ ਸਰਕਾਰ ਦੇ ਸਮੇਂ ਤੇ ਆਰਥਿਕ ਸੁਧਾਰਾਂ ਦੇ ਨਾਮ ਤੇ ਕਾਰਪੋਰੇਟ ਕਲਚਰ ਵੱਲ ਵਧਿਆ ਹੋਇਆ ਭਾਰਤ ਸਾਰੇ ਸੈਕਟਰ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਦਾ ਹੋਇਆ ਚਲਿਆ ਗਿਆ ਤੇ ਆਖਰਕਾਰ ਹੁਣ ਦੀ ਮੋਦੀ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਿਆਂਦੇ ਗਏ ਨੇ, ਜਿਹਦੇ ਚੋਂ 2 ਜਿਹੜੇ ਨੇ ਉਹ ਸਿੱਧੇ ਕਿਸਾਨਾਂ ਦੇ ਨਾਲ ਸੰਬੰਧਿਤ ਨੇ ਤੇ ਜਿਹੜਾ ਤੀਜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਦੀ ਅਮੈਂਡਮੈਂਟ ਕੀਤੀ ਗਈ ਹੈ, ਉਹਦੇ ਨਾਲ ਹਰ ਭਾਰਤੀ ਦੇ ਪ੍ਰਭਾਵਿਤ ਹੋਣ ਦਾ ਸ਼ੰਕਾ ਗਾ। ਇਸ ਦੌਰਾਨ ਕਿਸਾਨ 1 ਸਾਲ ਤੋਂ ਉੱਪਰ ਸਮੇਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਕੜਾਕੇ ਦੀ ਠੰਡ ਵੀ ਉਹਨਾਂ ਚੱਲੀ, ਤਪਦੀ ਗਰਮੀ ਵੀ ਚੱਲੀ ਤੇ ਜਦੋਂ ਸੌਣ ਦੀ ਸ਼ੈਬਰ ਲੱਗੀ ਤਾਂ ਗੋਡੇ-ਗੋਡੇ ਪਾਣੀ ਵਿੱਚ ਕਿਸਾਨ ਸੰਸਦ ਦੀਆਂ ਤਸਵੀਰਾਂ ਸਭ ਨੇ ਦੇਖੀਆਂ ਹੋਣੀਆਂ ਨੇ। ਪਰ ਇਸ ਦੇ ਬਾਵਜੂਦ ਵੀ ਅੰਨਦਾਤਾ ਜਿਹੜਾ ਕਿ ਭਾਰਤ ਦਾ ਢਿੱਡ ਭਰਦਾ ਰਿਹਾ, ਭਾਰਤ ਦੇ ਭੜੋਲੇ ਭਰਦਾ ਰਿਹਾ, ਪਰ ਇਸੇ ਦੌਰਾਨ ਹੀ ਉਸਦੇ ਆਪਣੇ ਭੜੋਲੇ ਜਿਹੜੇ ਨੇ ਉਹ ਖਤਰੇ 'ਚ ਪੈਂਦੇ ਗਏ। ਹਰੇ ਇਨਕਲਾਬ ਦੇ ਨਾਲ ਪੰਜਾਬ ਦੇ ਕਿਸਾਨ ਨੂੰ ਕਰਜ਼ਾ ਮਿਲਿਆ। ਉਸ ਕਰਜ਼ੇ ਦੇ ਮੱਕੜ ਜਾਲ ਦੇ ਵਿੱਚ ਪੰਜਾਬ ਦਾ ਕਿਸਾਨ ਇਸ ਤਰ੍ਹਾਂ ਫਸਦਾ ਗਿਆ ਕਿ ਹੌਲੀ-ਹੌਲੀ ਸਰਕਾਰਾਂ ਨੇ ਵੀ ਉਸ ਤੋਂ ਮੂੰਹ ਫੇਰ ਲਿਆ ਤੇ ਇਸੇ ਦੌਰਾਨ ਹੀ ਅੱਜ ਆਖਰੀ ਸਾਹਾਂ ਤੇ ਪਹੁੰਚਿਆ ਹੋਇਆ ਅੰਨਦਾਤਾ ਦੁਬਾਰਾ ਤੋਂ ਸਰਕਾਰ ਦੇ ਸਾਹਮਣੇ ਆਪਣਾ ਆਖਰੀ ਕਿੱਲ ਜੋ ਸਰਕਾਰ ਠੋਕਣ ਜਾ ਰਹੀ ਹੈ ਖੇਤੀ ਸੈਕਟਰ ਦੇ ਵਿੱਚ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਲੈ ਕੇ, ਉਹਨੂੰ ਲੈ ਕੇ ਲੜਾਈ ਸੜਕਾਂ ਤੇ ਲੜ ਰਿਹਾ ਗਾ। ਕਿਸਾਨੀ ਅੰਦੋਲਨ ਦੀ ਧਮਕ ਬੇਸ਼ੱਕ ਵਿਦੇਸ਼ਾਂ 'ਚ ਵੀ ਦਿਖਾਈ ਦਿੱਤੀ, ਪਰ ਇਸੇ ਦੌਰਾਨ ਵੀ ਸਰਕਾਰ ਫਿਲਹਾਲ ਗੱਲਬਾਤ ਮੰਨਦੀ ਹੋਈ ਦਿਖਾਈ ਨਹੀਂ ਦੇ ਰਹੀ। ਸੋ ਸਾਡੇ ਨਾਲ ਕਿਸਾਨ ਨੇ, ਅਸੀਂ ਸਿੰਘੂ ਬਾਰਡਰ ਦੇ ਉੱਪਰ ਹੈ ਜਿੱਥੇ ਕਿ ਪਿਛਲੇ 8 ਮਹੀਨਿਆਂ ਤੋਂ ਕਿਸਾਨ ਲਗਾਤਾਰ ਡਟੇ ਹੋਏ ਨੇ, ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਣ ਦੀ ਮੰਗ ਕਰ ਰਹੇ ਨੇ। ਸੋ ਕਿਸਾਨੀ ਐਂਗਲ ਤੇ ਗੱਲਬਾਤ ਕੀਤੀ ਹੈ, ਪਰ ਇਸ ਸਮੇਂ ਦੌਰਾਨ ਹੀ ਜੇ ਪੰਜਾਬ ਦੀ ਗੱਲਬਾਤ ਕਰੀਏ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਹੁਣੇ ਤੋਂ ਹੀ ਜਿਹੜੀ ਹੈ ਉਹ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਨਵੇਂ ਕਿਸਮ ਦੇ ਦਾਅਵੇ ਵਾਅਦੇ ਕੀਤੇ ਜਾ ਰਹੇ ਨੇ, ਹਰ ਕੋਈ ਕਿਸਾਨਾਂ ਦੇ ਨਾਲ ਖੜਨ ਦੀ, ਹਮਦਰਦ ਬਣਨ ਦੀ ਗੱਲ ਕਰ ਰਿਹਾ। ਤਾਂ ਇਸੇ ਦੌਰਾਨ ਹੀ ਜੋ ਬਿਆਨਬਾਜ਼ੀ ਹੋ ਰਹੀ ਹੈ ਉਸ ਤੇ ਇਹ ਕਿਸਾਨ ਜੋ ਕਿ ਘਰਾਂ ਤੋਂ ਦੂਰ ਦਿੱਲੀ ਦੇ ਬਰੂਹਾਂ ਤੇ ਬੈਠੇ ਕੇਂਦਰ ਸਰਕਾਰ ਤੋਂ ਲਗਾਤਾਰ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ, ਇਹਨਾਂ ਦਾ ਨਜ਼ਰੀਆ ਕੀ ਹੈ। ਸੋ ਕਿਸਾਨ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ। ਖੂਹ ਕੋਲੇ ਜਾ ਰਹੇ ਹੋ? ਹਾਂਜੀ, ਖੂਹ ਕੋਲੇ ਜਾ ਰਹੇ ਹੋ? ਖੂਹ ਜਿਹੜਾ ਸਿੱਧੂ ਸਾਹਿਬ ਵਾਲਾ ਜਿਹੜਾ ਕਹਿੰਦਾ ਪਿਆਸਾ, ਜਿਹੜਾ ਪਿਆਸੇ ਉਹ ਖੂਹ ਨਹੀਂ ਜਾਊਗਾ। ਅਸੀਂ ਸਿੱਧੂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਸਿੱਧੂ ਇੰਨੇ ਪਿਆਸੇ ਵੀ ਹੈ ਨਹੀਂ ਗੇ। ਅਸੀਂ ਇਹ ਖੂਹ ਜਿਹੜਾ ਆਪਣੇ ਆਪ ਇੱਥੇ ਕਿਸਾਨਾਂ ਹੋਗਾ, ਤੂੰ ਫਿਕਰ ਨਾ ਕਰ। ਨਾਲੋਂ ਨਾਲ ਪੰਜਾਬ ਦੇ ਜਿਹੜੇ ਸਿਆਸੀ ਪਾਰਟੀਆਂ ਨੇ ਇਸ ਸਮੇਂ ਕਿਸਾਨਾਂ ਵੱਲੋਂ ਵਿਪ ਜਾਰੀ ਕੀਤਾ ਗਿਆ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਕਿ ਜਿਹੜੇ ਸੰਸਦ ਪਾਰਟੀਆਂ ਦੇ ਮੈਂਬਰ ਆਫ ਪਾਰਲੀਮੈਂਟ ਨਹੀਂ ਬੋਲਣਗੇ, ਉਹ ਬੋਲ ਰਹੇ ਨੇ। ਹੁਣ ਸਾਰੀਆਂ ਧਿਰਾਂ ਜਿਹੜੀਆਂ ਕਿਸੇ ਸਮੇਂ ਇਹਨਾਂ ਕਾਨੂੰਨਾਂ ਦੇ ਹੱਕ 'ਚ ਵੀ ਖੜੀਆਂ ਰਹੀਆਂ ਤਾਂ ਹੁਣ ਉਹ ਬੋਲ ਰਹੀਆਂ ਨੇ। ਕੀ ਮਜਬੂਰੀ ਹੈ ਜਾਂ ਸੱਚਮੁੱਚ ਹੀ ਕਿਸਾਨਾਂ ਦਾ ਦਰਦ ਉਹਨਾਂ ਨੂੰ ਜਾਗਿਆ? ਇਹਨਾਂ ਦੀ ਮਜਬੂਰੀ ਆ, ਅੰਦੋਲਨ ਨੇ ਮਜਬੂਰੀ ਬਣਾਤੀ ਇਹਨਾਂ ਦੀ। ਜੇ ਸੱਚੇ ਅੰਦਰੋਂ ਬੋਲਣਾ ਚਾਹੁੰਦੇ ਤੇ ਪਹਿਲਾਂ ਜਦੋਂ ਲਾਗੂ ਹੋਣੇ ਕਾਨੂੰਨ ਬਣਨੇ ਹੈਗੇ, ਜਦੋਂ ਇਹ ਆਏ ਹੈਗੇ ਉਦੋਂ ਬੋਲਦੇ, ਉਦੋਂ ਇਹਨਾਂ ਸਾਡੇ ਫਾਇਦੇ ਕਿਸਾਨਾਂ ਜਾਣਾ ਹੈ। ਹੁਣ ਕਿਸਾਨਾਂ ਦਾ ਵਿਰੋਧ ਵਾ। ਕਿਸਾਨਾਂ ਨੇ ਸੁੱਚ ਮੋਰਚੇ ਨੇ ਇਹ ਗੱਲ ਕਹੀ ਆ ਵੀ ਜਿੰਨੇ ਵੀ ਐਮਪੀ ਆ ਸਾਰੇ ਸੱਸੇ 'ਚ ਬੋਲੋ, ਇਹ ਨਹੀਂ ਬਾਈਕਾਟ ਕਰਕੇ ਤੇ ਤੁਸੀਂ ਬਾਹਰ ਆ ਜਾਓਗੇ। ਜੇ ਬਾਹਰ ਬਾਈਕਾਟ ਕਰਕੇ ਆ ਗਏ ਫੇਰ ਤੁਹਾਨੂੰ ਚੁੱਕ ਕੇ ਫੇਰ ਸੈਸ਼ਨ ਦੇ ਵਿੱਚ ਭੇਜਾਂਗੇ। ਇਹਨਾਂ ਦੀ ਮਜਬੂਰੀ ਆ ਤਾਂ ਇਹ ਅੱਜ ਬੋਲਣ ਡਏ ਆ। ਦੂਜੇ ਪਾਸੇ ਇੱਕ ਹੋਰ ਚਰਚਾ ਵੀ ਚੱਲ ਰਹੀ ਹੈ ਕਿਉਂਕਿ ਕਿਸਾਨੀ ਅੰਦੋਲਨ ਚੱਲ ਰਿਹਾ, ਆਪਾਂ ਉਹਦੇ ਤੇ ਗੱਲਬਾਤ ਕਰਨੀ ਹੈ ਅੱਗੇ। ਇੱਕ ਧਿਰ ਜਾਂ ਕੁਝ ਲੋਕ ਇਹ ਗੱਲ ਕਰ ਰਹੇ ਨੇ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਉਣਾ ਚਾਹੀਦਾ। ਮਿਸ਼ਨ ਪੰਜਾਬ ਦੀ ਗੱਲ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜੇ ਨਿਜ਼ਾਮ ਆਪਣੇ ਹੱਥਾਂ ਦੇ ਵਿੱਚ ਕਿਸਾਨ ਲੈਣਗੇ ਤਾਂ ਫਿਰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਜਿਹੜੀ ਉਹ ਨਹੀਂ ਪਊਗੀ। ਤੁਹਾਡਾ ਕੀ ਨਜ਼ਰੀਆ? ਕਿਉਂਕਿ ਫੇਸਬੁੱਕ ਤੇ ਗੱਲਾਂ ਬਾਤਾਂ ਕਰਨ ਵਾਲੇ ਲੋਕ ਕੁਝ ਹੋਰ ਹੁੰਦੇ ਨੇ
ਜਾਂ ਸਿਆਸੀ ਗੱਲਾਂ ਬਾਤਾਂ ਕਰਨ ਵਾਲੇ ਕੁਝ ਲੋਕ ਉਹ ਹੋਰ ਹੁੰਦੇ ਨੇ, ਪਰ ਤੁਸੀਂ 8 ਮਹੀਨਿਆਂ ਤੋਂ ਇੱਥੇ ਬੈਠੇ ਹੋ, ਤੁਹਾਡਾ ਨਜ਼ਰੀਆ ਕੀ ਹੈ ਜਿਹੜਾ ਪੰਜਾਬ ਮਿਸ਼ਨ ਦੀ ਗੱਲ ਵੀ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ? ਅਸੀਂ ਜਦੋਂ ਦਾ ਅੰਦੋਲਨ ਚ ਲੜ ਰਹੇ ਆ, ਸਾਲ ਤੋਂ ਉੱਪਰ ਹੋ ਗਿਆ। ਪਹਿਲਾਂ ਪੰਜਾਬ 'ਚ ਅਸੀਂ ਅੰਦੋਲਨ ਲੜਦੇ ਰਹੇ ਆ, ਹੁਣ ਇਹ 8 ਮਹੀਨੇ ਤੋਂ ਉੱਪਰ ਹੋ ਗਿਆ ਦਿੱਲੀ ਆਣ ਕੇ ਬੈਠੇ ਆ। ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਆ ਕਾਲੇ ਕਾਨੂੰਨ ਵਾਪਸ ਕਰਾਉਣੇ ਆ, 23 ਫਸਲਾਂ ਤੇ MSP ਦੀ ਗਰੰਟੀ ਕਰਾਉਣੀ ਆ। ਅਸੀਂ ਆਪਣੀਆਂ ਸਿਆਸੀ ਪਾਰਟੀਆਂ ਬਣਾਉਣ ਵਾਸਤੇ ਜਾਂ ਅਸੀਂ MP ਬਣਾਉਣ ਵਾਸਤੇ, ਆਪਣੀਆਂ ਸਰਕਾਰਾਂ ਬਣਾਉਣ ਵਾਸਤੇ ਅੰਦੋਲਨ ਨਹੀਂ ਲੜਦੇ। ਆਪਣਾ ਸਿਸਟਮ ਇਹਨਾਂ ਦਾ ਸੁਧਾਰਨਾ ਵਾ, ਜਿਹੜਾ ਇਹਨਾਂ ਦਾ ਗੰਦਾ ਸਿਸਟਮ ਆ ਉਹਨੂੰ ਸੁਧਾਰਨ ਵਾਸਤੇ ਇੱਥੇ ਬੈਠੇ ਆ ਅਸੀਂ। ਤਾਂ ਜਾਣੀ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਨਿਜ਼ਾਮ ਬਦਲਣ ਦੇ ਲਈ ਆਉਣਾ ਚਾਹੀਦਾ ਹੈਗਾ ਚੋਣ ਮੈਦਾਨ ਦੇ ਵਿੱਚ, ਕੀ ਸਿਸਟਮ ਦੇ ਵਿੱਚ ਵੜ ਕੇ ਜਿਹੜੀ ਉਹ ਬਦਲਣ ਦੀ ਗੱਲ ਕਰ ਰਹੇ ਹੋ, ਕਿ ਉਹ ਗਲਤ ਧਾਰਨਾ ਕਿ ਉਹਦੇ ਨਾਲ ਅੰਦੋਲਨ ਦੇ ਉੱਪਰ ਡੈਂਟ ਪਊਗਾ? ਜਿਸ ਤਰ੍ਹਾਂ ਸਿਆਸੀ ਪਾਰਟੀਆਂ ਤੇ ਤੁਸੀਂ ਗੱਲ ਕੀਤੀ ਆ, ਅਸੀਂ ਇਲੈਕਸ਼ਨ ਲੜਦੇ ਆ। ਜੀਤਲੀ ਨੇ ਇਲੈਕਸ਼ਨ ਲੜੀ ਸੀ, ਅੰਮ੍ਰਿਤਸਰੋਂ ਹਰਿਆ, ਫਿਰ ਹਰੇ ਨੂੰ ਜਿਹੜਾ ਕਿੱਡਾ ਉੱਚਾ ਇਹਨੂੰ ਪਦਵਾ ਦੇਤਾ। ਇਹ ਕਰਕੇ ਅਸੀਂ ਆਂਦੇ ਆ ਸਾਡੇ ਇਲੈਕਸ਼ਨ ਨਾਲ ਕੋਈ ਨਹੀਂ ਸੁਧਰਨਾ ਨੀਗਾ। ਅਸੀਂ ਇਲੈਕਸ਼ਨ ਤੋਂ ਬਿਨਾ ਆਪਣੇ ਧਰਨੇ ਲਾ ਕੇ ਮੁਜ਼ਾਹਰੇ ਕਰਕੇ ਆਪਣੇ ਹੱਕ ਲਾਵਾਂਗੇ। ਜਿਹੜਾ ਇਹਨਾਂ ਦਾ ਸਿਸਟਮ ਆ ਉਹ ਸੁਧਾਰਾਂਗੇ। ਸਰਕਾਰ ਮਿੱਤਰਾ ਬਿਲਕੁਲ ਮਰੀ ਪਈ ਆ, ਕਿਉਂਕਿ ਸੈਸ਼ਨ ਦੇ ਵਿੱਚ ਵੀ ਕਿੰਨਾ ਮੋਦੀ ਦਾ ਵਿਰੋਧ ਹੋਣ ਡਿਆ। ਕਿਤੇ 2 ਮਿੰਟ ਵੀ ਮੋਦੀ ਨੂੰ ਬੋਲਣ ਨਹੀਂ ਦਿੰਦੇ MP। ਹੋਰ ਬਾਹਰ ਜਿੰਨਾ ਆਪਣਾ ਵਰਲਡ ਵਾ, ਕੈਨੇਡਾ ਅਮਰੀਕਾ, ਹਰ ਮੁਲਕ ਦੇ ਵਿੱਚ ਇਹਨਾਂ ਦਾ ਵਿਰੋਧ ਹੋਣ ਡਿਆ। ਜਿਹੜਾ ਮੋਦੀ ਤੀਜੇ ਦਿਨ ਜਹਾਜ਼ ਤੇ ਬਹਿ ਕੇ ਤੇ ਟੂਰ ਤੇ ਬਾਹਰ ਚਲੇ ਜਾਂਦਾ ਸੀ, ਹੁਣ ਤੇ 8 ਮਹੀਨੇ ਹੋ ਗਏ ਆ, ਹੁਣ ਤੇ ਕੋਈ ਇਹਨੂੰ ਮੁਲਕ ਦਾ ਇਹਨੂੰ ਕੋਈ ਨਹੀਂ ਸੱਦਣ ਡਿਆ ਵੀ ਮੋਦੀ ਸਾਹਿਬ ਆਓ ਸਾਡੇ ਦੇ ਆ। ਜੇ ਜਾਣ ਦੀ ਤਿਆਰੀ ਕਰਦਾ ਵਾ ਤੇ ਅਗਲੇ ਪਹਿਲੋਂ ਜਵਾਬ ਦੇ ਦਿੰਦੇ ਆ, ਮੋਦੀ ਸਾਡੇ ਮੁਲਕ 'ਚ ਨਾ ਆਵੇ, ਤੈਨੂੰ ਕਰੋਨਾ ਹੋਇਆ ਵਾ। ਕਿਉਂਕਿ ਸਾਡਾ ਦੇਸ਼ ਹੀ ਇਹਨੇ ਨਾ ਬਦਨਾਮ ਕਰਤਾ ਵੀ ਕਰੋਨਾ ਵਾ। ਕਰੋਨਾ ਕਿਤੇ ਹੈ ਹੀ ਨਹੀਂਗਾ। ਨੰਬਰ 2 ਤੇ ਆਪਾਂ ਗੱਲ ਕਰਦੇ ਹਾਂ ਕਿਸਾਨੀ ਸੰਸਦ ਦੀ, ਕਿ ਕਿਸਾਨਾਂ ਵੱਲੋਂ ਕਿਸਾਨੀ ਸੰਸਦ ਚਲਾਈ ਗਈ ਹੈ। ਉਹਦੇ 'ਚ ਇੱਕ ਬਹੁਤ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਸੀ ਜਿੱਦੇ ਬੀਬੀਆਂ ਵੱਲੋਂ ਸੰਸਦ ਜਿਹੜੀ ਉਹ ਚਲਾਈ ਗਈ। ਭਾਰਤੀ ਸੰਸਦ ਦੇ ਵਿੱਚ ਬਹੁਤ ਵੱਡੇ ਸਮੇਂ ਤੋਂ ਮੰਗ ਉੱਠ ਰਹੀ ਹੈ ਕਿ ਬੀਬੀਆਂ ਨੂੰ ਰਿਜ਼ਰਵੇਸ਼ਨ ਦਿੱਤਾ ਜਾਵੇ, ਉਹ ਅੱਜ ਤੱਕ ਨਹੀਂ ਦਿੱਤਾ ਗਿਆ। ਤਾਂ ਕਿਸਾਨੀ ਸੰਸਦ ਜਿਹੜੀ ਬੀਬੀਆਂ ਵੱਲੋਂ ਚਲਾਈ ਗਈ ਇੱਕ, ਉਹਦੀ ਗੱਲ ਜਿਹੜੀ ਉਹ ਵਰਲਡ ਵਾਈਡ ਹੋਈ ਹੈਗੀ, ਪੂਰੇ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਇੱਕ ਸੁਨੇਹਾ ਵੀ ਦਿੱਤਾ ਗਿਆ। ਨਾਲੋਂ ਨਾਲ ਕਿਸਾਨੀ ਸੰਸਦ ਦੇ ਨਾਲ ਕਿਸਾਨੀ ਅੰਦੋਲਨ ਦੀ ਚਰਚਾ ਵੀ ਜਿਹੜੀ ਹੈ ਉਹ ਇੱਕ ਵਾਰ ਹੋਣ ਲੱਗੀ ਹੈਗੀ। ਪੂਰੀ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਦਿਖਾਈ ਦੇ ਰਹੀਆਂ ਨੇ, ਪਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਆ ਕਿ ਤੁਹਾਡੀ ਸੰਸਦ ਤਾਂ ਹੈ ਹੀ ਬੇਫਜ਼ੂਲ ਹੈ। ਸੰਸਦ ਤਾਂ ਉਹ ਹੁੰਦੀ ਹੈ ਜਿਹੜੀ ਲੋਕਾਂ ਵੱਲੋਂ ਚੁਣੀ ਗਈ ਹੈ। ਨਰਿੰਦਰ ਤੋਮਰ ਜੀ ਹੁਣੀ 8 ਮਹੀਨੇ ਹੋ ਗਏ ਸਾਰੇ ਕਿਸਾਨੀ ਦੇ ਬਰਖਲਾਫ ਬਿਆਨ ਦੇਣ ਡੇ। ਜਿਤਨਾ ਗਰੇਵਾਲ ਇਹਨਾਂ ਦਾ ਮੰਤਰੀ ਸਾਰੇ ਸਾਡਿਆਂ ਦੇ ਬਰਖਲਾਫ ਸਾਡੇ ਬਿਆਨ ਦੇਣ ਡਿਆ। ਅਸੀਂ ਤੋਮਰ ਜੀ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ, ਜੇ ਤੁਹਾਡੀ ਸੈਸ ਚੰਗੀ ਹੁੰਦੀ ਤੇ ਜਿਹੜਾ ਸਿਸਟਮ ਤੁਸੀਂ ਆ ਲਿਆਂਦਾ ਜੇ, ਜਿੰਨਾ ਤੁਸੀਂ ਸਾਡਾ ਆਪਣਾ ਤੇਲ ਵਾ, ਕੋਲਾ ਵਾ, ਰੇਲ ਗੱਡੀਆਂ, ਇਹ ਪੋਰਟ ਵਾ, ਜੇ ਤੁਹਾਡੀ ਸੈਸ ਚੰਗੀ ਹੁੰਦੀ ਤੇ ਫਿਰ ਵੇਚਣ ਕਿਉਂ ਡਏ ਜੇ? ਫਿਰ ਅਬਾਨੀ ਡਾਨੀ ਉਹਨਾਂ ਦੀ ਕੀ ਲੋੜ ਪੈ ਗਈ ਆ? ਇਸੇ ਕਰਕੇ ਅਸੀਂ ਕਿਸਾਨ ਤੇ ਮਜ਼ਦੂਰ ਜਿਹੜੇ ਆਪਣੀ ਸੈਸ ਚਲਾਉਣ ਡਏ ਆ, ਇਹਨਾਂ ਨੂੰ ਦੱਸਣਾ ਚਾਹੁੰਦੇ ਆ ਅਸੀਂ ਵੀ ਜੋ ਕੰਮ ਤੁਸੀਂ ਨਹੀਂ ਕਰ ਸਕਦੇ, ਜਿਹੜੇ ਤੁਸੀਂ ਸਾਨੂੰ ਆਂਦੇ ਜੇ ਇਹ ਪੜ੍ਹੇ ਲਿਖੇ ਨਹੀਂਗੇ, ਅਸੀਂ ਸੈਸ ਨੂੰ ਚਲਾ ਸਕਦੇ ਆ। ਤੁਹਾਂ ਬੀਬੀਆਂ ਦੀ ਗੱਲ ਕੀਤੀ ਸੀ, ਅਸੀਂ ਆਂਦੇ ਆ ਬੀਬੀਆਂ ਦਾ ਕੋਟਾ ਵਿੱਚ ਹੋਣਾ ਚਾਹੀਦਾ ਵਾ। ਬੀਬੀਆਂ ਪੜ੍ਹੀਆਂ ਲਿਖੀਆਂ ਵਾ, ਉਹਨਾਂ ਦਾ ਹੱਕ ਸੈਸ ਜਾਣ ਦਾ। ਇਸੇ ਕਰਕੇ ਇੱਕ ਦਿਨ ਦੀ ਬੀਬੀਆਂ ਦੀ ਸੈਸ ਰੱਖੀ ਤੇ ਇਹਨਾਂ ਨੂੰ ਕਰਕੇ ਦਿਖਾਇਆ ਹੈਗਾ। ਸਾਡੀਆਂ ਮਾਤਾਵਾਂ ਭੈਣਾਂ ਨੇ ਬਹੁਤ ਵਧੀਆ ਸੈਸ ਚਲਾਈ ਆ। ਨੰਬਰ 2 ਤੇ ਆਪਾਂ ਗੱਲ ਕਰੀਏ, ਜੇ ਅੰਦੋਲਨ ਚੱਲ ਰਿਹਾ ਹੈ, ਕਾਫੀ ਜਿਹੜੀ ਬਿਆਨਬਾਜ਼ੀ ਅੰਦੋਲਨ ਨੂੰ ਲੈ ਕੇ ਹੋਈ, ਬਹੁਤ ਸਾਰੀਆਂ ਅੰਦੋਲਨ ਨੂੰ ਡੈਂਟ ਸਮੇਂ-ਸਮੇਂ ਤੇ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ। ਪਿਛਲੇ ਦਿਨੀ ਅੱਗ ਲੱਗਣ ਦੀਆਂ ਘਟਨਾਵਾਂ ਵੀ ਜਿਹੜੀਆਂ ਸਾਹਮਣੇ ਆਈਆਂ ਸੀ ਇੱਥੇ, ਤਾਂ ਉਹ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਕੀ ਕਿਸਾਨ ਜਥੇਬੰਦੀਆਂ ਨੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੀਤੀ ਹੈ ਕਿ ਉਹ ਘਟਨਾਵਾਂ ਕੀ ਸਨ? ਜੋ ਘਟਨਾਵਾਂ ਅੱਗ ਲੱਗਣ ਦੀਆਂ ਆਈਆਂ ਵਾ, ਉਸ ਤੋਂ ਪਹਿਲਾਂ ਜਿਹੜਾ 26 ਤਰੀਕ ਨੂੰ ਜਦੋਂ ਅਸੀਂ ਆਪਣੇ ਰਿੰਗ ਰੋਡ ਤੇ ਮਾਰਚ ਕਰਨ ਗਏ ਹਾਂ, 27 ਤਰੀਕ ਨੂੰ ਭਾਜਪਾ ਦੇ ਮੋਦੀ ਸਰਕਾਰ ਨੇ ਗੁੰਡੇ ਭੇਜਤੇ। 28 ਤੇ 29 ਤੇ 3 ਦਿਨ ਸਾਡੇ ਤੇ ਇੱਥੇ ਸਾਡੀ ਸਟੇਜ ਤੇ ਹਮਲਾ ਕਰਾਉਂਦਾ ਰਿਹਾ ਇਹ। ਸਾਨੂੰ ਉਦੋਂ ਹੀ ਸਬੂਤ ਮਿਲ ਗਏ ਇਹ ਵੀ ਸਾਡਾ ਅੰਦੋਲਨ ਨੂੰ ਖਰਾਬ ਕਰਨਗੇ। ਇਸੇ ਤਰ੍ਹਾਂ ਜਿਹੜਾ ਅੱਗ ਲਾਈ ਆ, ਅਸੀਂ ਇਹ ਕਹਿੰਦੇ ਆ ਇਹਨਾਂ ਦੀ ਏਜੰਸੀਆਂ ਕੋਲ ਸਾਰਾ ਕੰਮ ਇਹ ਸਰਕਾਰਾਂ ਕਰਾਉਣ ਡੀਆਂ ਵਾ। ਪਰ ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਮੈਨੂੰ ਕਿਸਾਨਾਂ ਦਾ ਦਰਦ ਹੀ ਬਹੁਤ ਹੈ, ਮੈਂ ਕਿਸਾਨਾਂ ਦੇ ਅੰਦੋਲਨ ਦਾ ਸਨਮਾਨ ਕਰਦਾਂਗਾ, ਸਨਮਾਨਯੋਗ ਅੰਦੋਲਨ ਹੈ। ਪ੍ਰਧਾਨ ਮੰਤਰੀ ਕਹਿੰਦੇ ਵੀ ਮੈਂ ਕਿਸਾਨਾਂ ਦਾ
ਆਪਣਾ ਅਪਮਾਨ ਕਰਦਾ ਇਸ ਕਿਸਾਨ ਬਹੁਤ ਵਧੀਆ ਅੰਦੋਲਨ ਚਲਾਉਣ ਡਏ ਆ। ਇੱਕ ਬੰਨੇ ਦੋਹਰੀ ਨੀਤੀ ਰੱਖੀ ਜਾਂਦੇ ਆ ਵੀ ਇਹ ਕਿਸਾਨ ਹੈ ਨਹੀਂਗੇ, ਇਹ ਅੱਤਵਾਦੀ ਆ। ਜਾਂ ਤੇ ਸਾਨੂੰ ਪੱਕਾ ਕਹਿ ਦੇਣ ਵੀ ਤੁਸੀਂ ਅੱਤਵਾਦੀ ਜੇ, ਤੁਸੀਂ ਖਾਲਿਸਤਾਨੀ ਜੇ, ਤੇ ਜਾਂ ਫਿਰ ਸਾਡੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਣਾ ਤੇ ਤਿੰਨੇ ਕਾਨੂੰਨ ਜਿਹੜੇ ਵਾਪਸ ਕਰਾਉਣ। ਅਸੀਂ ਸਿਰਫ ਕਾਨੂੰਨ ਵਾਪਸ ਨਹੀਂ ਇਕੱਲੇ ਕਰਾਉਣ ਆਏ, ਅਸੀਂ ਨਾਲ ਆ। ਸਾਡਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੂੰ ਵੀ ਛਡਾਉਣ ਆਏ ਆ, ਜਿਹੜਾ ਅਬਾਨੀ ਡਾਨੀ ਉਹਨਾਂ ਨੇ ਕੈਦ ਕੀਤਾ ਵਾ। ਅੰਬਾਨੀ ਅਡਾਨੀ ਦੀ ਗੱਲ ਤੁਸੀਂ ਕੀਤੀ, ਨਾਲੋਂ ਨਾਲ ਪ੍ਰਧਾਨ ਮੰਤਰੀ ਛਡਾਉਣ ਦੀ ਗੱਲ ਕੀਤੀ। ਜੇ ਆਪਾਂ ਗੱਲਬਾਤ ਕਰੀਏ ਕਿਸਾਨਾਂ ਦੇ ਮਿਸ਼ਨ ਦੀ, ਕਿ ਪੱਛਮੀ ਬੰਗਾਲ ਮਿਸ਼ਨ ਪਹਿਲਾਂ ਦਿੱਤਾ ਗਿਆ, ਹੁਣ ਉੱਤਰ ਪ੍ਰਦੇਸ਼ ਉੱਤਰਾਖੰਡ ਮਿਸ਼ਨ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ, ਤਾਂ ਉਹਨੂੰ ਲੈ ਕੇ ਕੀ ਰਣਨੀਤੀ ਜਿਹੜੀ ਉਹ ਅਪਣਾਈ ਜਾਊਗੀ? ਕਿਉਂਕਿ ਦੋਵੇਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਨਾਲੋਂ ਨਾਲ ਉੱਤਰ ਪ੍ਰਦੇਸ਼ ਜਿਹੜਾ ਉਹ ਬਹੁਤ ਵੱਡਾ ਸੂਬਾ ਗਾ, 80 ਅਸੈਂਬਲੀ ਸੀਟਾਂ ਨੇ, 400 ਤੋਂ ਉੱਪਰ ਐਮਐਲਏ ਨੇ, ਤਾਂ ਉੱਥੇ ਕੀ ਰਣਨੀਤੀ ਬਣਾ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਚੱਲਣਗੀਆਂ? ਬੰਗਾਲ ਦੇ ਵਿੱਚ 5 ਤਾਈਂ ਇਲੈਕਸ਼ਨ ਹੋਈ ਆ। ਸਾਡੇ ਡਕੇਤ ਸਾਹਿਬ ਸੰਯੁਕਤ ਮੋਰਚੇ ਦੇ ਗਏ, ਉਹਨਾਂ ਪ੍ਰਚਾਰ ਕੀਤਾ। ਪ੍ਰਚਾਰ ਉਹਨਾਂ ਕੀ ਕੀਤਾ? ਇੱਕ ਪਾਰਟੀ ਵਾਸਤੇ ਨਹੀਂ ਵੀ ਇਸ ਪਾਰਟੀ ਨੂੰ ਵੋਟਾਂ ਪਾਓ, ਵਿਰੋਧ ਕੀਤਾ ਵਾ ਵੀ ਆ ਜਿਹੜੇ ਭਾਜਪਾ ਸਰਕਾਰ ਵਾ ਇਹਨੂੰ ਕਿਸੇ ਨੇ ਵੋਟ ਨਹੀਂ ਪਾਉਣੇ। ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਲੋਕ ਬਰਖਲਾਫ ਹੋ ਗਿਆ। ਜਿਹੜੇ ਹੁਣ ਤੁਸੀਂ ਆ ਸਟੇਜਾਂ 'ਤੇ ਗੱਲ ਕੀਤੀ ਆ, ਇਹਨਾਂ 'ਚ ਵੀ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ। ਰਣਨੀਤੀ ਬਣਾ ਕੇ ਕੀ ਚੱਲੋਗੇ ਇਸ ਨੂੰ ਲੈ ਕੇ? ਬਿਲਕੁਲ ਅਸੀਂ ਲੋਕਾਂ ਨੂੰ ਇਹ ਆਪਣੇ ਨਾਲ ਜੋੜਾਂਗੇ ਵੀ ਭਾਜਪਾ ਸਰਕਾਰ ਨੂੰ ਕਿਸੇ ਨੇ ਵੀ ਇਲੈਕਸ਼ਨ ਦੇ ਵਿੱਚ ਆਪਣੀ ਵੋਟ ਨਹੀਂ ਪਾਉਣੀ, ਕਿਉਂਕਿ ਜਦੋਂ ਇਹਨਾਂ ਦੀਆਂ ਸਰਕਾਰਾਂ ਡਿੱਗਣਗੀਆਂ ਫਿਰ ਇਹਨਾਂ ਨੂੰ ਪਤਾ ਲੱਗੂ। ਜਿਹੜੀ ਅਸੀਂ 24 ਦੀ ਗੱਲ ਕਰਦੇ ਆ, ਇਸੇ ਕਰਕੇ ਅਸੀਂ ਆਉਂਦੇ ਆ 24 ਤੱਕ ਸਾਡੀ ਤਿਆਰੀ ਆ ਅੰਦੋਲਨ ਲੜਨ ਦੀ। ਜਿਹੜਾ ਲੋਕ ਕਈ ਕਹਿੰਦੇ ਆ ਬਿਨਾਂ ਕੋਈ ਰਾਸ਼ਨ ਮੁੱਕ ਗਿਆ, ਮਿੱਤਰਾ ਸਾਡੇ ਕੋਲ ਰਾਸ਼ਨ ਵਾਧੂ ਪਿਆ ਵਾ, ਸਾਨੂੰ ਕੋਈ ਏਡੇ ਰਾਸ਼ਨ ਦੀ ਲੋੜ ਨਹੀਂ। ਸਾਡੇ ਗੁਰੂਆਂ ਨੇ ਜਦੋਂ ਜੰਗ ਲੜੇ ਸੀ, ਰੁੱਖਾਂ ਦੇ ਪੱਤੇ ਖਾ ਕੇ ਤੇ ਫੇਰ ਜੰਗ ਲੜੇ ਸੀ, ਛੋਲਿਆਂ ਦੇ ਮੁੱਠ ਚੱਪ ਕੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਹੈਗਾ। ਕਿਤੇ ਵੀ ਸਾਡੀ ਸਿੱਖੋਂ ਕੋ ਰਾਸ਼ਨ ਨਹੀਂ ਮੁੱਕ ਸਕਦਾ। ਪਰ ਕਿਸਾਨ ਜਿਹੜੇ ਉਹ ਮਿਸ਼ਨ ਦੀ ਗੱਲ ਕਰਦੇ ਆ ਕਿ ਵੋਟ ਦੀ ਚੋਟ ਸਰਕਾਰ ਸਮਝਦੀ ਹੈ, ਤਾਂ ਕਰਕੇ ਅਸੀਂ ਜਿਹੜਾ ਉਹ ਪ੍ਰਚਾਰ ਕਰ ਰਹੇ ਆਂਗੇ। ਪਰ ਜਦੋਂ ਕਿਸਾਨ ਜਾਂਦੇ ਨੇ ਪ੍ਰਚਾਰ ਕਰਨ ਦੇ ਲਈ, ਤਾਂ ਜਿਹੜੀ ਸੱਤਾਧਰ ਭਾਜਪਾ ਹੈਗੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਸਾਨ ਪ੍ਰਚਾਰ ਕਰਨ ਲਈ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਜਾਂਦੇ। ਇਹਨਾਂ ਨੂੰ ਵਿਰੋਧੀ ਧਿਰਾਂ ਦੀ ਸ਼ਹਿ ਹੈ। ਵਿਰੋਧੀ ਧਿਰਾਂ ਇਹਨਾਂ ਨੂੰ ਕਹਿੰਦੀਆਂ ਕਿ 2024 ਤੱਕ ਅੰਦੋਲਨ ਜਿਉਂਦਾ ਰੱਖੋ ਤਾਂ ਕਿ ਸੱਤਾ ਪਰਿਵਰਤਨ ਜਿਹੜੀ ਉਹ ਕੀਤੀ ਜਾਵੇ। ਉਹ ਤਾਂ ਕਹਿੰਦੇ ਨੇ ਕਿ ਕਿਸਾਨਾਂ ਦਾ ਅੰਦੋਲਨ ਪਵਿੱਤਰ ਸੀਗਾ, ਪਰ ਵਿਰੋਧੀ ਧਿਰਾਂ ਨੂੰ ਵਰਤ ਰਹੀਆਂ ਨੇ ਆਪਣੀ ਸਿਆਸੀ ਨੂੰ ਰੋਟੀਆਂ ਸੇਕਣ ਦੇ ਲਈ। ਵਿਰੋਧੀ ਧਿਰਾਂ ਜੇ ਸਾਡੇ ਨਾਲ ਹੁੰਦੀਆਂ ਨਾ ਤੇ ਸਾਡੇ ਨਾਲ ਬਹਿੰਦੀਆਂ, ਸਾਨੂੰ ਕੋਈ ਫੰਡ ਦਿੰਦੇ, ਸਾਨੂੰ ਤੇਲ ਦਿੰਦੇ ਪਾਉਣ ਲਈ, ਤੇ ਸਾਡੇ ਨਾਲ ਇੱਥੇ ਬਹਿੰਦੇ। ਜੇ ਵਿਰੋਧੀ ਧਿਰਾਂ ਸਾਡੇ ਨਾਲ ਹੁੰਦੀਆਂ ਤੇ ਮੋਦੀ ਦੀ ਕੀ ਜ਼ਰੂਰਤ ਸੀ? ਆ ਕਾਲੇ ਕਾਨੂੰਨ ਵਾਪਸ ਹੋ ਜਾਂਦੇ। ਇਹ ਸਾਰੇ ਚੋਰ ਜਿਹੜੇ ਆ, ਜਿੰਨੀਆਂ ਪਾਰਟੀਆਂ ਸਾਰੀਆਂ ਰਲ ਕੇ ਫੇਰ ਇਹਨਾਂ ਕਾਨੂੰਨ ਇਹ ਪਾਸ ਕੀਤੇ ਆ। ਡਿਜੀਟਲ ਜ਼ਮਾਨਾ ਗਾ ਇਸ ਸਮੇਂ। ਕਿਸਾਨੀ ਅੰਦੋਲਨ ਧਰਾਤਲ ਤੇ ਤਾਂ ਚੱਲ ਰਿਹਾ। ਕਿਸਾਨਾਂ ਨੇ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਜਿਹੜੇ ਉਹ ਲੜੇ ਨੇ, ਸਮੇਂ-ਸਮੇਂ ਤੇ ਬਾਅਦ 'ਚ ਵੀ ਜਿਹੜੇ ਅੰਦੋਲਨ ਉਹ ਚੱਲਦੇ ਰਹੇ ਨੇ। ਤਾਂ ਹੁਣ ਜਿਹੜਾ ਜ਼ਮਾਨਾ ਗਾ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ। ਤਾਂ ਕਿਸਾਨ ਜਿਹੜਾ ਹੈਗਾ ਉਹਦੇ ਨਾਲ ਡਿਵੈਲਪ ਹੋਇਆ, ਕਿਸਾਨ ਜਥੇਬੰਦੀਆਂ ਵੀ ਡਿਵੈਲਪ ਹੋਈਆਂ। ਤਾਂ ਸੋਸ਼ਲ ਮੀਡੀਆ ਤੇ ਇੱਕ ਤਕਰਾਰਬਾਜ਼ੀ ਤੁਸੀਂ ਲਾਜ਼ਮੀ ਤੌਰ ਤੇ ਦੇਖਦੇ ਹੋਵੋਗੇ। ਬੇਸ਼ੱਕ ਵੱਡੇ ਅੰਦੋਲਨਾਂ 'ਚ ਵਿਚਾਰਾਂ ਦਾ ਤਕਰਾਰ ਜਿਹੜਾ ਉਹ ਲਾਜ਼ਮੀ ਤੌਰ ਤੇ ਹੁੰਦਾ ਹੈਗਾ, ਪਰ ਜਿਹੜੀ ਸੀਨੀਅਰ ਲੀਡਰਸ਼ਿਪ ਆ, ਕਿਹਾ ਜਾਂਦਾ ਕਿ ਉਹ ਨੌਜਵਾਨਾਂ ਨੂੰ ਭਾਗੀਦਾਰੀਆਂ ਨਹੀਂ ਦਿੰਦੀਆਂ ਜੀ, ਨੌਜਵਾਨਾਂ ਨੂੰ ਰੁਤਬਾ ਸਹੀ ਤਰੀਕੇ ਦੇ ਨਾਲ ਨਹੀਂ ਦਿੱਤਾ ਜਾਂਦਾ, ਇਸ ਕਰਕੇ ਨੌਜਵਾਨ ਅੰਦੋਲਨ ਤੋਂ ਦੂਰ ਜਾ ਰਿਹਾ ਹੈ। ਕੀ ਗੱਲ ਆਈ ਹੈ ਜਾਂ ਸੋਸ਼ਲ ਮੀਡੀਆ ਦਾ ਹੀ ਭੰਡੀ ਪ੍ਰਚਾਰ ਆ? ਅਸੀਂ ਪਿੰਡਾਂ 'ਚ ਮੀਟਿੰਗਾਂ ਕਰਦੇ ਆ, ਤਿਆਰੀ ਕਰਦੇ ਅੰਦੋਲਨ ਦੀ। ਕਿਤੇ ਅੰਦੋਲਨ ਉਸ ਤਰ੍ਹਾਂ ਨਹੀਂ ਲੜੇ ਜਾਂਦੇ, ਪੂਰੀ ਤਿਆਰੀ ਕਰਾਈ ਜਾਂਦੀ ਆ। ਅਸੀਂ ਹਰ ਨੌਜਵਾਨ ਨੂੰ, ਪੜ੍ਹੇ ਲਿਖੇ ਨੂੰ ਕਹਿੰਦੇ ਆ, ਆਓ ਵੀ ਅਸੀਂ ਅੰਦੋਲਨ ਕਿੰਨਾ ਚਿਰ ਲੜ ਲਾਂਗੇ। 60-70 ਸਾਲ ਸਾਡੀ ਉਮਰ ਹੋ ਗਈ ਆ, ਸਾਡੀ ਹੁਣ ਗਾਂ ਅੱਗੇ ਜਾਣ ਦੀ ਤਿਆਰੀ ਆ। ਸਾਡੀ ਜਗ੍ਹਾ ਵੀ ਇੱਥੇ ਨਵਾਂ ਕੇਡਰ ਆਵੇ ਤੇ ਗਾਂ ਵੀ ਅੰਦੋਲਨ ਦੀ ਲੋੜ ਵਾ। ਲੰਮੇ ਅੰਦੋਲਨ ਲੜਨੇ ਪੈਣੇ ਆ। ਅਸੀਂ ਹਰ ਇੱਕ ਨੌਜਵਾਨ ਨੂੰ ਆਪਣੇ ਨਾਲ ਜੋੜ ਕੇ ਰੱਖਾਂਗੇ। ਗਾਂ ਤੋਂ ਸਾਡੇ ਜੇ ਕੋਈ ਨਹੀਂ ਇਹੋ ਜਿਹੀ ਹੈਗੀ ਵੀ ਅਸੀਂ ਅਹੁਦੇ ਆਪਣਿਆਂ ਨੂੰ ਜੱਫੇ ਮਾਰ ਕੇ ਬੈਠੇ ਰਹੀਏ। ਸਾਡੇ ਅੰਦੋਲਨ ਦੇ ਵਿੱਚ 10-10 ਸਾਲ ਦੇ ਬੱਚੇ ਆਉਂਦੇ ਆ, ਇਸੇ ਕਰਕੇ ਆਉਂਦੇ ਆ ਵੀ ਅਸੀਂ ਗਾਂ ਅੰਦੋਲਨ ਚਲਾਉਣਾ ਵਾ। ਚੰਡੀਗੜ੍ਹ ਜਿਹੜਾ ਹੋਣਾ ਹੋਇਆ ਹੈਗਾ, ਛੋਟਾ ਜਿਹੜਾ ਬੱਚਾ ਸੀ 11 ਸਾਲ ਦਾ, ਜਿਹਨੂੰ ਜੇਲ੍ਹ 'ਚ ਲੈ ਕੇ ਚੱਲੇ ਸੀ, ਉਹਨੇ ਕਿਹਾ ਹੈਗਾ ਵੀ ਮੇਰੀ ਸ਼ਹੀਦੀ ਹੋ ਗਈ, ਮੈਂ ਮਰ ਵੀ ਗਿਆ, ਪਰ ਮੇਰੀ ਲਾਸ਼ ਇੱਕ ਵਾਰੀ ਉੱਥੇ ਦਿੱਲੀ ਅੰਦੋਲਨ 'ਚ ਲੈ ਜਾਓ। ਇਹਦਾ ਮਤਲਬ ਸਰਕਾਰ ਨੂੰ ਸਮਝ ਆਉਣਾ ਚਾਹੀਦਾ, ਜਿੰਨੇ ਵੀ ਨੌਜਵਾਨ ਵਾ ਸਾਡੇ ਨਾਲ ਵਾ। ਅੱਜ ਕਿਤੇ ਅਕਾਲ ਕਰਦੇ ਕੋਈ ਸੰਯੁਕਤ ਮੋਰਚਾ 31 ਜਿਹੇ ਬੰਦੀਆਂ ਅਕਾਲ ਕਰ ਦੇਣ ਵੀ ਨੌਜਵਾਨੋ ਆਓ ਅੱਜ ਅਸੀਂ ਆਹ ਕਾਲ ਕੀਤੀ ਆ, ਦਿੱਲੀ ਨੂੰ ਤੁਰਨਾ ਵਾ, ਤੇ ਮਾਰਦੇ ਇਸ਼ਾਰਾ ਲੋਕ ਆਉਣਗੇ, ਕਰੋੜਾਂ ਦੀ ਗਿਣਤੀ 'ਚ ਆ ਜਾਣਗੇ ਮਿੱਤਰਾ ਮੇਰਿਆ। ਮਤਲਬ ਕਿ ਨੁਮਾਇੰਦਗੀ ਨੌਜਵਾਨਾਂ ਨੂੰ ਬਰਾਬਰ ਦਿੱਤੀ ਜਾਂਦੀ ਹੈ ਇੱਥੇ ਜਿਹੜੀ ਗੱਲਬਾਤ? ਬਿਲਕੁਲ ਨੌਜਵਾਨਾਂ ਨੂੰ ਬਰਾਬਰ ਨਹੀਂ, ਅਸੀਂ ਆਪਣੇ ਤੋਂ ਉੱਪਰ ਅਹੁਦੇ ਵੀ ਦੇਣ ਨੂੰ ਤਿਆਰ ਹਾਂ ਵੀ ਆਓ ਅਹੁਦੇ ਲਓ ਤੇ ਜਹੇ ਬੰਦੀਆਂ ਸਾਂਭੋ ਆਪਣੀਆਂ, ਤੋਹਾਂ ਗਾਂ ਲੜਾਈ ਲੜਨੀ ਆਈ।
ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਇਸ ਸਮੇਂ ਦੌਰਾਨ ਤੁਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ। ਕੁਝ ਪਿੰਡਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਗਿਆ ਹੈ, ਕੁਝ ਥਾਵਾਂ ਤੇ ਸਿਰਫ ਭਾਜਪਾ ਦੀ ਲੀਡਰਸ਼ਿਪ ਦਾ ਵਿਰੋਧ ਕੀਤਾ ਜਾਂਦਾ ਹੈ, ਕਿਸੇ ਥਾਂ ਤੇ ਕਾਂਗਰਸ ਦਾ ਐਮਐਲਏ ਵੀ ਘੇਰਿਆ ਜਾਂਦਾ ਹੈਗਾ। ਤਾਂ ਕੀ ਨੌਜਵਾਨ ਚੇਤਨ ਹੋਏ ਨੇ ਇਸ ਅੰਦੋਲਨ ਦੇ ਚੱਲਦਿਆਂ 2022 ਦੇ ਵਿੱਚ? ਕੀ ਪੰਜਾਬ ਜਿਹਨੂੰ ਸੱਚਮੁੱਚ ਦਾ ਬਦਲਾਅ ਕਹਿੰਦੇ ਆ, ਕਿਉਂਕਿ ਪਾਰਟੀਆਂ ਸਰਕਾਰਾਂ ਤਾਂ ਹਰ 5 ਸਾਲ ਬਾਅਦ 10 ਸਾਲ ਬਾਅਦ ਬਦਲਦੀਆਂ ਨੇ, ਪਰ ਜਿਹੜਾ ਸੱਚਮੁੱਚ ਦਾ ਬਦਲਾਅ ਹੈਗਾ, ਚੇਤਨਾ ਦੀ ਜਿਹੜੀ ਗੱਲ ਆ ਗਈ ਕਿ ਉਸ ਪਾਸੇ ਵੱਲ ਨੂੰ ਪੰਜਾਬ ਉਸ ਹੱਦ ਤੱਕ ਪਹੁੰਚ ਚੁੱਕਿਆ ਕਿ 2022 ਦੇ ਵਿੱਚ ਸਹੀ ਫੈਸਲਾ ਲਊਗਾ, ਜਿਹਨੂੰ ਕਿ ਸੱਚਮੁੱਚ ਹੀ ਲੋਕ ਪੱਖੀ ਫੈਸਲਾ ਜਿਹੜਾ ਕਿਹਾ ਜਾਂਦਾ। ਬਿਲਕੁਲ ਪੰਜਾਬ ਜਿਹੜਾ ਐਰਕੀ ਸਹੀ ਫੈਸਲਾ ਲਊਗਾ। ਵੋਟਾਂ ਪਾਉਣ ਲੱਗਿਆ ਸੋਚੂਗਾ ਵੀ ਕਿਹੜੀ ਪਾਰਟੀ ਨੂੰ ਪਾਉਣੀਆਂ। ਜਿਹੜਾ ਤੁਸੀਂ ਵਿਰੋਧ ਦੀ ਗੱਲ ਕੀਤੀ ਆ, ਵਿਰੋਧ ਅਸੀਂ ਸਾਰੀਆਂ ਪਾਰਟੀਆਂ ਦਾ ਕਰਾਂਗੇ। ਇਹ ਨਹੀਂ ਵੀ ਭਾਜਪਾ ਦਾ ਇਕੱਲੀ ਦਾ ਕਰਾਂਗੇ, ਕਾਂਗਰਸ ਵੀ ਦੋਸ਼ੀ ਬਰਾਬਰ ਵਾ, ਅਕਾਲੀ ਪਾਰਟੀ ਦੋਸ਼ੀ ਬਰਾਬਰ ਆ, ਸਾਰਿਆਂ ਦਾ ਅਸੀਂ ਵਿਰੋਧ ਕਰਾਂਗੇ। ਪਰ ਕਰਾਂਗੇ ਸ਼ਾਂਤਮਈ। ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਨੂੰ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ। ਕਿਉਂਕਿ ਇਹ ਕਰਕੇ ਅਸੀਂ ਵਿਰੋਧ ਕਰਦੇ ਨਾਲ ਦੀ ਨਾਲ ਜਿਹੜਾ ਇਹਨਾਂ 74-75 ਸਾਲ ਸਾਨੂੰ ਲੁੱਟਿਆ ਵਾ। ਜਦੋਂ ਸਾਡੇ ਨਾਲ ਲਾਰੇ ਲਾਉਂਦੇ ਆ, ਸਾਨੂੰ ਸਾਡੀ ਸਰਕਾਰ ਬਣਾ ਦਿਓ, ਤੁਹਾਡਾ ਅਸੀਂ ਆਹ ਕੰਮ ਕਰ ਦਾਂਗੇ, ਆਹ ਕਰ ਦਾਂਗੇ, ਨਸ਼ਾ ਮੁਕਤ ਕਰ ਦਾਂਗੇ, ਤੁਹਾਡਾ ਕਰਜ਼ਾ ਮਾਫ ਕਰ ਦਾਂਗੇ। ਇਹਨਾਂ ਦਾ ਘਰਾਓ ਕਰਕੇ ਇਹਨਾਂ ਨੇ ਸਵਾਲ ਕਰਾਂਗੇ, ਪੁੱਛਾਂਗੇ ਇਹਨਾਂ ਨੂੰ ਵੀ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਹ ਪੂਰੇ ਹੋ ਗਏ ਆ, ਤੇ ਤੁਸੀਂ ਫਿਰ 5 ਸਾਲਾਂ ਬਾਅਦ ਫਿਰ ਆ ਗਏ ਜੇ। ਆਖਰੀ ਸਵਾਲ ਹੈ ਮੇਰਾ, ਜੇ ਕੇਂਦਰ ਸਰਕਾਰ 22 ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੰਦੀ ਹੈ ਤਾਂ ਕਿਸਾਨ ਜਥੇਬੰਦੀਆਂ ਕਿਸੇ ਚੰਗੇ ਸਮਝੌਤੇ ਲਈ ਟੇਬਲ ਤੇ ਬੈਠ ਸਕਦੀਆਂ ਨੇ, ਜਾਂ 3 ਖੇਤੀ ਕਾਨੂੰਨ ਰੱਦ ਕਰਾਏ ਬਿਨਾਂ ਇਹ ਸੰਘਰਸ਼ ਖਤਮ ਨਹੀਂ ਹੋਊਗਾ? ਬੇਸ਼ੱਕ 2024 ਤੱਕ ਚੱਲੇ ਜਾਂ ਉਸ ਤੋਂ ਅੱਗੇ ਤੱਕ ਚੱਲੇ। ਜਿੰਨਾ ਚਿਰ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਐਮਐਸਪੀ ਦੀ 23 ਫਸਲਾਂ ਤੇ ਪੂਰੇ ਭਾਰਤ 'ਚ ਗਾਰੰਟੀ ਨਹੀਂ ਮਿਲਦੀ, ਕਿਸੇ ਵੀ ਹਾਲਤ ਦੇ ਅੰਦੋਲਨ ਨਹੀਂ ਚੁੱਕਾਂਗੇ। ਸੋ ਇਹ ਸਨ ਕਿਸਾਨ ਜਿਹੜੇ ਕਿ ਅੱਜ ਵੀ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ, ਤੇ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ 2024 ਤੱਕ ਅੰਦੋਲਨ ਲੜਨਾ ਪਵੇ ਜਾਂ ਉਸ ਤੋਂ ਅੱਗੇ ਤੱਕ ਵੀ ਅੰਦੋਲਨ ਲੜਨਾ ਪਵੇ, ਪਰ ਜਦੋਂ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਐਮਐਸਪੀ ਤੇ ਕਾਨੂੰਨੀ ਗਾਰੰਟੀ ਨਹੀਂ ਮਿਲਦੀ, ਉਸ ਸਮੇਂ ਤੱਕ ਅੰਨਦਾਤਾ ਜਿਹੜਾ ਹੈ ਉਹ ਆਪਣਾ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖੇਗਾ।